हाँ जी, +2 वाले विद्यार्थियों किवें हो? आस करदा तुहाडी तैयारी बिल्कुल कंप्लीट होगी फिजिक्स ਦੀ ਤੁਹਾਡੇ ਵਾਸਤੇ ਮੋਸਟ ਇੰਪੋਰਟੈਂਟ 15 ਕੁਐਸਚਨ ਲੈ ਕੇ ਆਏ ਆ ਜਿਹੜੇ ਕਿ ਤੁਹਾਨੂੰ ਅੱਜ ਦੇ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਣਗੇ ਤਾਂ ਕਿਸੇ ਵੀ ਕੁਐਸਚਨ ਨੂੰ ਸਕਿਪ ਨਹੀਂ ਕਰਨਾ ਠੀਕ ਹੈ ਜੀ। ਚਲੋ ਵੀਡੀਓ ਸਟਾਰਟ ਕਰਾਂਗੇ, ਤੁਹਾਡੇ ਕੋਲ ਟਾਈਮ ਥੋੜਾ ਹੀ ਹੈ। ਵੈਸੇ ਤਾਂ ਤੁਸੀਂ ਸਾਰੀ ਤਿਆਰੀ ਆਲਮੋਸਟ ਕਰ ਹੀ ਲਈ ਹੋਗੀ, ਜਸਟ ਇੱਕ ਤੁਹਾਡੇ ਲਈ ਇੱਕ ਰਿਵੀਜ਼ਨ ਪਰਪਸ ਲਈ ਹੋ ਜਾਏਗੀ ਠੀਕ ਆ। 15 ਕੁਐਸਚਨ ਹੋਣਗੇ, ਇਹਨਾਂ ਨੂੰ ਜ਼ਰੂਰ ਕਰ ਲਿਓ। ਪਹਿਲਾ ਜਾਏਗਾ ਗੌਸ ਥਿਊਰਮ ਐਂਡ ਇਟਸ ਐਪਲੀਕੇਸ਼ਨ ਟੂ ਫਾਈਂਡ ਇਲੈਕਟ੍ਰਿਕ ਫੀਲਡ ਡਿਊ ਟੂ ਅ ਚਾਰਜ ਸਫੈਰੀਕਲ ਸ਼ੈਲ। ਤਾਂ ਗੌਸ ਥਿਊਰਮ ਦੀ ਡੈਫੀਨੇਸ਼ਨ ਕੀ ਹੋਗੀ? ਅ ਨੈਟ ਇਲੈਕਟ੍ਰਿਕ ਫਲਕਸ passing through a closed surface is 1 upon epsilon naught time the total charge q present inside it। ਮੈਥਮੈਟਿਕਲੀ ਇਹਨੂੰ ਕੀ ਲਿਖੋਗੇ? ਜਿਵੇਂ ਫਾਈ ਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ 1 upon epsilon naught into ਦੇ ਵਿੱਚ q ਠੀਕ ਹੈ ਜੀ। ਤੇ ਉਸ ਤੋਂ ਬਾਅਦ ਤੁਸੀਂ ਆਹ ਫਾਰਮੂਲਾ ਪੜ੍ਹਿਆ ਸੀ, ਜਿਹੜਾ ਫਲਕਸ ਹੁੰਦੀ ਹੈ ਸਾਡੇ ਕੋਲ E ਇੰਟੂ ਡੀ ਏ ਵੀ ਹੁੰਦੀ ਹੈ, ਯਾਨੀ ਇਹਨੂੰ ਇਸ ਤਰੀਕੇ ਨਾਲ ਵੀ ਲਿਖਦੇ ਹਾਂ E ਇੰਟੂ ਡੀ ਏ ਇਜ਼ ਇਕੁਅਲ ਟੂ ਕਿਊ ਇਨਕਲੋਜ਼ਡ ਹੈ ਨਾ, ਜਿਹੜਾ ਵੀ ਚਾਰਜ ਉਹਨੇ ਇਨਕਲੋਜ਼ ਕੀਤਾ ਹੋਇਆ ਅਪੋਨ ਦੇ ਵਿੱਚ ਕਿੰਨਾ ਆ ਗਿਆ? ਐਪਸਾਈਲਨ ਨੋਟ ਆ ਗਿਆ ਠੀਕ ਹੈ। ਫਾਈ ਕੀ ਹੋਗੀ? ਇਲੈਕਟ੍ਰਿਕ ਫਲਕਸ ਹੋ ਗਈ। E ਕੀ ਹੋ ਗਿਆ? ਤੁਹਾਡਾ ਇਲੈਕਟ੍ਰਿਕ ਫੀਲਡ ਵੈਕਟਰ ਹੋ ਗਿਆ ਠੀਕ ਹੈ ਜੀ, ਇਹ ਵੈਕਟਰ ਕੁਆਂਟਿਟੀ ਹੈ। ਉਸ ਤੋਂ ਬਾਅਦ ਡੀ ਏ ਕੀ ਹੋ ਗਿਆ? ਤੁਹਾਡਾ ਏਰੀਆ ਵੈਕਟਰ ਹੋ ਗਿਆ, ਪਰਪੈਂਡੀਕੂਲਰ ਟੂ ਸਰਫੇਸ ਹੁੰਦਾ। ਕਿਊ ਚਾਰਜ ਇਨਕਲੋਜ਼ ਤੇ ਐਪਸਾਈਲਨ ਕੀ ਹੋਗੀ? ਪਰਮਿਟਿਵਿਟੀ ਆਫ ਫ੍ਰੀ ਸਪੇਸ। ਇਸ ਤਰੀਕੇ ਨਾਲ ਤੁਸੀਂ ਆਪਣਾ ਕੁਐਸਚਨ ਲਿਖ ਕੇ ਆ ਸਕਦੇ ਹੋ ਠੀਕ ਹੈ ਜੀ। ਉਸ ਤੋਂ ਬਾਅਦ ਐਪਲੀਕੇਸ਼ਨ ਪੁੱਛੀ ਹੋਈ ਸੀ ਬੱਚੇ ਦਾ, ਕੰਸੀਡਰ ਸਫੈਰੀਕਲ ਸੈੱਲ। ਤਾਂ ਐਪਲੀਕੇਸ਼ਨ ਦੇ ਵਿੱਚ ਬੱਚੇ ਤੁਸੀਂ ਪੜ੍ਹ ਲਿਆ ਹੋਏਗਾ ਕਿ ਜਿਹੜਾ ਇੱਕ ਵਾਰ ਆਪਾਂ ਇੱਕ ਆਊਟਸਾਈਡ ਲੈਂਦੇ ਹੁੰਦੇ ਆ ਅਤੇ ਚਾਰਜ ਔਨ ਦਾ ਸਰਫੇਸ ਦੇ ਇਨਸਾਈਡ ਦਾ ਸ਼ੈਲ ਆਪਾਂ ਕੰਸੀਡਰ ਕਰਦੇ ਹੁੰਦੇ ਆ। ਤਾਂ ਗੌਸ਼ੀਅਨ ਸਰਫੇਸ ਬੱਚੇ ਤੁਸੀਂ ਡਰਾ ਕਰ ਲੈਣੀ ਹੈ, ਜਿਹਦੇ ਵਿੱਚ ਆਰ ਗ੍ਰੇਟਰ ਦੈਨ ਆਰ ਹੋਊਗਾ। ਇਹਨੂੰ ਪੜ੍ਹ ਲੈਣਾ। ਇਹਦੇ ਵਿੱਚ ਬੱਚੇ ਜਿਹੜਾ ਫਾਈਨਲ ਰਿਜ਼ਲਟ ਹੋਊਗਾ ਤੁਸੀਂ ਯਾਦ ਰੱਖਣਾ। ਇਹਦੇ ਵਿੱਚ ਜਿਹੜੀ ਤੁਹਾਡੀ ਇਲੈਕਟ੍ਰਿਕ ਫੀਲਡ ਨਿਕਲ ਕੇ ਆਏਗੀ ਉਹ ਕੀ ਆ ਹੁੰਦੀ ਹੈ? E ਇਜ਼ ਇਕੁਅਲ ਟੂ ਕਿਊ ਅਪੋਨ 4 ਪਾਈ ਐਪਸਾਈਲਨ ਨੋਟ ਆਰ ਦਾ ਸਕੁਅਰ ਠੀਕ ਹੈ ਜੀ। ਜੋ ਇਨਸਾਈਡ ਦੀ ਗੱਲ ਆਪਾਂ ਕਰਦੇ ਹਾਂ, ਇਨਸਾਈਡ ਜਿਹੜਾ ਚਾਰਜ ਹੁੰਦਾ ਉਹ ਕਿੰਨਾ ਹੁੰਦਾ? 0 ਹੁੰਦਾ। ਇਨਸਾਈਡ ਦਾ ਸ਼ੈਲ ਸਿੰਸ ਆਲ ਦਾ ਚਾਰਜ ਇਜ਼ ਔਨ ਦਾ ਆਊਟਰ ਸਰਫੇਸ, ਜਿੰਨਾ ਵੀ ਚਾਰਜ ਹੁੰਦਾ ਆਊਟਰ ਸਰਫੇਸ ਦੇ ਉੱਤੇ ਹੀ ਹੁੰਦਾ ਹੈ। ਤਾਂ ਕਲੋ ਇਨਕਲੋਜ਼ ਯਾਨੀ ਚਾਰਜ ਇਨਕਲੋਜ਼ ਕੀ ਹੋਊਗਾ? 0 ਔਨ ਅਪਲਾਈਂਗ ਗੌਸ ਲਾ। ਤਾਂ ਇਨਸਾਈਡ ਦਾ ਸ਼ੈਲ, ਤਾਂ ਇਨਸਾਈਡ ਦਾ ਸ਼ੈਲ ਸਾਡੇ ਕੋਲ ਜਿਹੜੀ ਇਲੈਕਟ੍ਰਿਕ ਫੀਲਡ ਹੋਣੇ ਵਾਲੀ ਹੈ ਉਹ ਵੀ ਕਿੰਨੀ ਹੋਣ ਵਾਲੀ ਹੈ? 0 ਹੋਣ ਵਾਲੀ ਹੈ ਠੀਕ ਹੈ ਜੀ। ਇੰਨੀ ਗੱਲ ਕਲੀਅਰ ਹੋ ਗਈ। ਚਲੋ ਨੈਕਸਟ ਤੇ ਆ ਜਾਓ। ਅਗਲਾ ਜਿਹੜਾ ਸੈਕਿੰਡ ਨੰਬਰ ਦੇ ਕੁਐਸਚਨ ਤੁਸੀਂ ਕਰਨਾ ਸੀਗਾ, ਤਾਂ ਕਪੈਸਿਟੈਂਸ ਆਫ ਪੈਰਲਲ ਪਲੇਟ ਕਪੈਸਿਟਰ ਵਿਦ ਡਾਇਲੈਕਟ੍ਰਿਕ ਸਲੈਬ ਠੀਕ ਹੈ ਜੀ। ਪਹਿਲਾਂ ਕਪੈਸਿਟੈਂਸ ਦੀ ਡੈਫੀਨੇਸ਼ਨ ਦੇ ਦਿਓ। ਸੀ ਕੀ ਹੁੰਦਾ? ਕਿਊ ਅਪੋਨ ਵੀ ਚਾਰਜ ਸਟੋਰਡ ਪਰ ਯੂਨਿਟ ਵੋਲਟੇਜ ਠੀਕ ਹੈ। ਪੈਰਲਲ ਪਲੇਟ ਕਪੈਸਿਟਰ ਵਿਦਆਊਟ ਡਾਇਲੈਕਟ੍ਰਿਕ ਦੇ ਵਿੱਚ ਤੁਸੀਂ ਆ ਜ਼ਰੂਰ ਪੜ੍ਹ ਲਿਆ ਹੋਊਗਾ, ਜਿੱਥੇ ਸਾਡੇ ਕੋਲ ਕਪੈਸਿਟੈਂਸ ਕੀ ਆਉਂਦੀ ਸੀ? ਏ ਐਪਸਾਈਲਨ ਨੋਟ ਅਪੋਨ ਦੇ ਵਿੱਚ ਡੀ ਠੀਕ ਹੈ ਜੀ। ਏ ਕੀ ਹੁੰਦਾ? ਏਰੀਆ ਆਫ ਪਲੇਟ। ਡੀ ਕੀ ਹੁੰਦਾ? ਪਲੇਟ ਆਫ ਸੈਪਰੇਸ਼ਨ। ਉਸ ਤੋਂ ਬਾਅਦ ਜਦੋਂ ਡਾਇਲੈਕਟ੍ਰਿਕ ਸਲੈਬ ਆਪਾਂ ਇੰਸਟਾਲ ਕਰ ਦਿੰਦੇ ਹੁੰਦੇ ਸੀਗੇ ਹੋਊਗਾ ਇਹਨਾਂ ਵਿੱਚ ਥਿਕਨੈਸ ਜਿਹੜੀ ਟੀ ਥਿਕਨੈਸ ਹੁੰਦੀ ਸੀਗੀ ਠੀਕ ਹੈ। ਤੇ ਹਾਂ, ਉਹਦਾ ਫਾਈਨਲ ਰਿਜ਼ਲਟ ਤੁਸੀਂ ਉੱਥੋਂ ਸੋਲਵ ਕਰਿਆ ਹੋਊਗਾ, ਤੁਹਾਡੇ ਕੋਲ ਆ ਗਿਆ ਸੀਗਾ ਸੀ ਅਪੋਨ ਕਿਊ ਅਪੋਨ ਬੀ ਐਪਸਾਈਲਨ ਨੋਟ ਏ ਐਪਸਾਈਲਨ ਨੋਟ ਟੀ ਮਾਈਨਸ ਟੀ ਪਲੱਸ ਟੀ ਅਪੋਨ ਕੇ ਠੀਕ ਹੈ। ਇਹਦੀ ਵੀ ਪ੍ਰੋਪਰ ਵੇ ਨਾਲ ਆਪਣੀ ਜਿਹੜੀ ਡੈਰੀਵੇਸ਼ਨ ਤੁਸੀਂ ਆਪਣੀ ਕਾਪੀ 'ਤੇ ਲਿਖੀ ਹੋਈ ਹੈ ਇਹਨੂੰ ਪੜ੍ਹ ਕੇ ਜ਼ਰੂਰ ਜਾਣਾ ਹੈ ਠੀਕ ਹੈ। ਤੇ ਆਹ ਉਹਦਾ ਫਾਰਮੂਲਾ ਸੀਗਾ ਈ ਜਿਹੜਾ ਵੀ ਆ ਜਾਏਗਾ ਓਕੇ ਜਾਏਗਾ ਈ ਡੀ ਮਾਈਨਸ ਟੀ ਪਲੱਸ ਈ ਟੀ। ਉਸ ਤੋਂ ਬਾਅਦ ਉਹਦੀ ਵੈਲਿਊ ਸਬਸਟੀਟਿਊਟ ਕਰਤੀ ਸੀ, ਈ ਕੀ ਆ ਜਾਊਗਾ 5 ਅਪੋਨ ਐਪਸਾਈਲਨ ਨੋਟ। ਬਟ ਹੁਣ ਤੁਸੀਂ ਜਿਸ ਤਰੀਕੇ ਨਾਲ ਆਪਣੀ ਕਾਪੀ 'ਤੇ ਲਿਖੀ ਹੈ ਉਸ ਤਰੀਕੇ ਨਾਲ ਪੈਰਲਲ ਪਲੇਟ ਕਪੈਸਿਟਰ ਵਿਦ ਡਾਇਲੈਕਟ੍ਰਿਕ ਸਲੈਬ ਆਪਣਾ ਕਰਕੇ ਜਾਣਾ। ਫਾਈਨਲ ਰਿਜ਼ਲਟ ਮੋਸਟ ਇੰਪੋਰਟੈਂਟ ਹੈ ਠੀਕ ਹੈ ਜੀ। ਤਾਂ ਫਾਈਨਲ ਰਿਜ਼ਲਟ ਕਿਸੇ ਦਾ ਵੀ ਤੁਹਾਡਾ ਗਲਤ ਨਹੀਂ ਹੋਣਾ ਚਾਹੀਦਾ, ਇਹਨੂੰ ਲਾਸਟ ਦੇ ਵਿੱਚ ਅੰਡਰਲਾਈਨ ਕਰਕੇ ਨਾ ਹੈਡਿੰਗ ਜ਼ਰੂਰ ਬਣਾਇਆ ਕਰੋ। ਅਗਲਾ ਦੇਖੋ ਬੱਚੇ, ਇਲੈਕਟ੍ਰਿਕ ਪੋਟੈਂਸ਼ੀਅਲ। ਅਗਲਾ ਜਿਹੜਾ ਥਰਡ ਮੋਸਟ ਇੰਪੋਰਟੈਂਟ ਕੁਐਸਚਨ ਜਿਹੜਾ ਆਉਣ ਵਾਲਾ, ਇਲੈਕਟ੍ਰਿਕ ਪੋਟੈਂਸ਼ੀਅਲ ਡਿਊ ਟੂ ਇਲੈਕਟ੍ਰਿਕ ਡਾਈਪੋਲ ਐਟ ਐਨੀ ਪੁਆਇੰਟ ਠੀਕ ਹੈ। ਇੱਕ ਐਨੀ ਪੁਆਇੰਟ ਵਾਲਾ ਕੁਐਸਚਨ ਤੁਸੀਂ ਆ ਕਰ ਲੈਣਾ ਹੈਗਾ। ਅਗਲਾ ਹੈ ਇਲੈਕਟ੍ਰਿਕ ਪੋਟੈਂਸ਼ੀਅਲ ਸਰਫੇਸ ਐਂਡ ਇਟਸ ਪ੍ਰੋਪਰਟੀ। ਤਾਂ ਬੱਚੇ ਇਲੈਕਟ੍ਰਿਕ ਪੋਟੈਂਸ਼ੀਅਲ ਸਰਫੇਸ ਕੀ ਹੁੰਦੀ ਹੈ? ਆ ਸਰਫੇਸ ਵੇਅਰ ਆਲ ਪੁਆਇੰਟ ਹੈਵ ਦਾ ਸੇਮ ਇਲੈਕਟ੍ਰਿਕ ਪੋਟੈਂਸ਼ੀਅਲ। ਉਹ ਪੁਆਇੰਟ ਜਿੱਥੇ ਕਿ ਮਤਲਬ ਇਲੈਕਟ੍ਰਿਕ ਪੋਟੈਂਸ਼ੀਅਲ ਸਰਫੇਸ ਦੇ ਉੱਤੇ ਜਿਹੜਾ ਪੋਟੈਂਸ਼ੀਅਲ ਹੁੰਦਾ ਸਾਰੇ ਪੁਆਇੰਟਸ 'ਤੇ ਹੀ ਕੀ ਰਹਿੰਦਾ? ਸੇਮ ਰਹਿੰਦਾ। ਇਹਦੀ ਪ੍ਰੋਪਰਟੀਜ਼ ਆ ਜਾਂਦੀ ਹੈ ਪਰਪੈਂਡੀਕੂਲਰ ਟੂ ਇਲੈਕਟ੍ਰਿਕ ਫੀਲਡ, ਅਤੇ ਉਹਨੂੰ ਡਿਫਾਈਨ ਕੀਤਾ ਹੋਇਆ ਥੋੜ੍ਹਾ ਜਿਹਾ ਦੇਖੋ ਠੀਕ ਹੈ। ਇੱਦਾਂ ਤੁਸੀਂ ਹੈਡਿੰਗ ਬਣਾ ਕੇ ਲਿਖ ਸਕਦੇ ਹੋ, ਪਰਪੈਂਡੀਕੂਲਰ ਟੂ ਇਲੈਕਟ੍ਰਿਕ ਫੀਲਡ ਹੁੰਦਾ। ਦ ਇਲੈਕਟ੍ਰਿਕ ਫੀਲਡ ਇਜ਼ ਆਲਵੇਜ਼ ਪਰਪੈਂਡੀਕੂਲਰ ਟੂ ਇਕੁਅਲ ਪੋਟੈਂਸ਼ੀਅਲ ਸਰਫੇਸ। ਇਫ ਇਟ ਵਰੰਟ ਦੇयर ਵੁੱਡ ਬੀ ਕੰਪੋਨੈਂਟ ਆਫ ਦ ਫੀਲਡ ਅਲੋਂਗ ਦ ਸਰਫੇਸ ਐਂਡ ਵਰਕ ਵੁੱਡ ਬੀ ਰਿਕੁਆਇਰਡ ਟੂ ਮੂਵ ਦ ਚਾਰਜ ਅਲੋਂਗ ਇਟ ਵਿਚ ਕੰਟਰਾਡਿਕਟ ਦ ਡੈਫੀਨੇਸ਼ਨ ਆਫ ਇਲੈਕਟ੍ਰਿਕ ਪੋਟੈਂਸ਼ੀਅਲ। ਸੈਕੰਡ ਪੁਆਇੰਟ ਬਣਾ ਸਕਦੇ ਹੋ, ਨੋ ਵਰਕ ਇਜ਼ ਡਨ। ਥਰਡ ਕੀ ਆ ਜਾਊਗੀ? ਨॉन ਇੰਟਰਸੈਕਟਿੰਗ ਇਕੁਈਪੋਟੈਂਸ਼ੀਅਲ ਸਰਫੇਸ ਨੈਵਰ ਇੰਟਰਸੈਕਟ। ਇਫ ਦੇ ਡਿਡ a point of intersection would have two different potential which is impossible। ਉਸ ਤੋਂ ਬਾਅਦ ਕੀ ਆ ਜਾਊਗੀ? ਇਹਦੀ ਸ਼ੇਪ ਆ ਜਾਊਗੀ ਠੀਕ ਹੈ ਜੀ। ਇਸ ਤਰੀਕੇ ਨਾਲ ਤੁਸੀਂ ਪੁਆਇੰਟ ਬਣਾ ਕੇ ਲਿਖ ਸਕਦੇ ਹੋ, ਤੇ ਪੇਪਰ ਵੀ ਤੁਹਾਡਾ ਕਾਫੀ ਪ੍ਰੈਜ਼ੈਂਟਿਵ ਰਹਿੰਦਾ। ਫੋਰ ਆ ਪੁਆਇੰਟ ਚਾਰਜ ਇਕੁਈਪੋਟੈਂਸ਼ੀਅਲ ਸਰਫੇਸ ਆਰ ਸਫੀਅਰ। ਪੁਆਇੰਟ ਚਾਰਜ ਲਈ ਜਿਹੜੀ ਇਕੁਈਪੋਟੈਂਸ਼ੀਅਲ ਸਰਫੇਸ ਹੁੰਦੀ ਹੈ ਪੁਆਇੰਟ ਚਾਰਜ ਦੀ, ਉਹ ਕੀ ਹੁੰਦੀ ਹੈ? ਸਫੈਰੀਕਲ ਸ਼ੇਪ ਦੀ ਹੁੰਦੀ ਹੈ। ਫੋਰ ਆ ਯੂਨੀਫਾਰਮ ਇਲੈਕਟ੍ਰਿਕ ਫੀਲਡ ਇਕੁਈਪੋਟੈਂਸ਼ੀਅਲ ਸਰਫੇਸ ਆਰ ਪਲੇਨ। ਤਾਂ ਉਹਦੇ ਲਈ ਇਕੁਈਪੋਟੈਂਸ਼ੀਅਲ ਸਰਫੇਸ ਆਪਾਂ ਕਿੱਦਾਂ ਡਰਾ ਕਰਦੇ ਹਾਂ? ਪਲੇਨ ਫਾਰਮ ਦੇ ਵਿੱਚ ਡਰਾ ਕਰਦੇ ਹਾਂ। ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਨੈਕਸਟ ਕੁਐਸਚਨ ਆ ਜਾਏਗਾ, ਨੈਕਸਟ ਆ ਜਾਏਗਾ ਡਿਫਾਈਨ ਟੋਟਲ ਇੰਟਰਨਲ ਰਿਫਲੈਕਸ਼ਨ, ਤੇ ਉਹਦੀ ਕੰਡੀਸ਼ਨ ਲਿਖਣੀਆਂ ਨੇ ਠੀਕ ਹੈ। ਤਾਂ ਟੋਟਲ ਇੰਟਰਨਲ ਰਿਫਲੈਕਸ਼ਨ ਦੇ ਵਿੱਚ ਬੱਚੇ ਆਪਾਂ ਕੀ ਹੁੰਦੀ ਹੈ ਜਿਹੜੀ ਕੰਡੀਸ਼ਨ ਹੁੰਦੀ ਹੈ, ਪਹਿਲੀ ਕੰਡੀਸ਼ਨ ਤਾਂ ਆਈ ਹੁੰਦੀ ਹੈ ਜਿਹੜੀ ਰੇ ਆਫ ਲਾਈਟ ਜਾਣੀ ਚਾਹੀਦੀ ਹੈ ਉਹ ਕਿੱਥੋਂ ਜਾਣੀ ਚਾਹੀਦੀ ਹੈ? ਡੈਂਸਰ ਮੀਡੀਅਮ ਟੂ ਰੇਅਰ ਮੀਡੀਅਮ ਦੇ ਅੰਦਰ। ਇਹਨਾਂ ਤੁਸੀਂ ਆ ਡਾਇਗਰਾਮ ਆਪਣਾ ਜ਼ਰੂਰ ਬਣਾਇਆ ਹੋਏਗਾ। ਇਹ ਸੈਪਰੇਟਿੰਗ ਮੀਡੀਆ ਆ ਗਿਆ, ਇੱਥੇ ਡੈਂਸਰ ਮੀਡੀਅਮ ਆ ਗਿਆ, ਰੇਅਰ ਮੀਡੀਅਮ ਆ ਗਿਆ ਠੀਕ ਹੈ। ਉਸ ਤੋਂ ਬਾਅਦ ਤੁਸੀਂ ਆ ਰੇ ਆਫ ਲਾਈਟ ਇੱਦਾਂ ਬਣਾਈ ਹੋਗੀ, ਡਰਾ ਕੀਤੀ ਹੋਗੀ, ਮੈਂ ਰਫਲੀ ਜਸਟ ਡਰਾ ਕਰ ਰਿਹਾ ਠੀਕ ਹੈ। ਅਵੇ ਫਰੋਮ ਦਾ ਨਾਰਮਲ ਕੀ ਹੁੰਦੀ ਹੈ? ਇਹ ਬੈਂਡ ਹੋ ਜਾਂਦੀ ਹੈ। ਉਸ ਤੋਂ ਬਾਅਦ ਫਰਦਰ ਜਦੋਂ ਤੁਸੀਂ ਹੋਰ
ਐਂਗਲ ਨੂੰ ਇਨਕਰੀਜ਼ ਕਰਦੇ ਹੋ ਫਰਦਰ ਹੋਰ ਬੈਂਡ ਹੋ ਜਾਂਦੀ ਹੈ। ਉਸ ਤੋਂ ਬਾਅਦ ਇੱਕ ਐਂਗਲ ਇਹੋ ਜਿਹਾ ਆਉਂਦਾ, ਠੀਕ ਹੈ, ਜਿਹਦੇ ਉੱਤੇ ਜਾ ਕੇ ਬਿਲਕੁਲ ਹੀ ਇਸ ਮੀਡੀਆ ਦੇ ਨਾਲ ਪਰਪੈਂਡੀਕੂਲਰ ਨੋਰਮਲ ਦਾ ਕਿੰਨਾ ਐਂਗਲ ਬਣਾਉਂਦੀ ਹੈ, ਪਰਪੈਂਡੀਕੂਲਰ ਬਣਾਉਂਦੀ ਹੈ, ਜਿਹਨੂੰ ਆਪਾਂ ਬੋਲਦੇ ਹਾਂ ਐਂਗਲ ਆਫ ਇੰਸੀਡੈਂਸ। ਐਂਗਲ ਆਫ ਇੰਸੀਡੈਂਸ ਤੋਂ ਫਰਦਰ ਆਪਾਂ ਐਂਗਲ ਨੂੰ ਕੀ ਕਰਦੀ ਹੈ, ਇਨਕਰੀਜ਼ ਕਰਦੀ ਹੈ, ਤਾਂ ਉਹ ਰੇ ਆਫ ਲਾਈਟ ਕੀ ਹੁੰਦੀ ਹੈ, ਵਾਪਸ ਬਾਊਂਸ ਬੈਕ ਆ ਜਾਂਦੀ ਹੈ। ਤਾਂ ਡਾਇਗਰਾਮ ਜ਼ਰੂਰ ਇਸ ਦਾ ਦੇ ਕੇ ਆਉਣਾ ਹੈ, ਠੀਕ ਹੈ। ਲਾਈਟ ਮਸਟ ਟਰੈਵਲ ਫਰੋਮ ਡੈਂਸਰ ਟੂ ਰੇਅਰ ਮੀਡੀਅਮ ਕੰਡੀਸ਼ਨ ਦੇ ਵਿੱਚ ਐਂਗਲ ਆਫ ਇੰਸੀਡੈਂਸ ਮਸਟ ਗ੍ਰੇਟਰ ਦੈਨ ਕ੍ਰਿਟੀਕਲ ਐਂਗਲ, ਠੀਕ ਹੈ। ਕ੍ਰਿਟੀਕਲ ਐਂਗਲ ਮੈਂ ਤੁਹਾਨੂੰ ਦੱਸਤਾ ਕਿਹੜਾ ਹੁੰਦਾ, ਕ੍ਰਿਟੀਕਲ ਐਂਗਲ ਉਹ ਇੰਸੀਡੈਂਸ ਐਂਗਲ ਹੁੰਦਾ ਜਿੱਥੇ ਉੱਤੇ ਰਿਫਰੈਕਟਿਵ ਐਂਗਲ ਕਿੰਨਾ ਬਣ ਜੇ 90 ਡਿਗਰੀ। ਦੁਬਾਰਾ ਤੋਂ, ਕ੍ਰਿਟੀਕਲ ਐਂਗਲ ਉਹ ਐਂਗਲ ਹੁੰਦਾ ਹੈ ਜਿਹਦੇ ਉੱਤੇ ਰਿਫਰੈਕਟਿਵ ਐਂਗਲ ਸਾਡਾ ਕਿੰਨਾ ਬਣ ਜਾਂਦਾ ਹੈ 90 ਡਿਗਰੀ ਬਣ ਜਾਂਦਾ ਹੈ। ਲਿਖਿਆ ਹੋਇਆ ਕ੍ਰਿਟੀਕਲ ਐਂਗਲ ਆਫ ਇੰਸੀਡੈਂਸ ਫॉर ਵਿਚ ਐਂਗਲ ਆਫ ਰਿਫਰੈਕਸ਼ਨ ਬਿਕਮ 90 ਡਿਗਰੀ, ਠੀਕ ਹੈ ਜੀ। ਤੋ ਤੇ ਆ ਸਾइन थीटा ਵਿੱਚ ਫਾਰਮੂਲਾ ਲਿਖਿਆ ਹੋਇਆ ਮਿਊ ਰੇਅਰ ਅਪੋਨ ਮਿਊ ਦੇ ਵਿੱਚ ਡੈਂਸਰ ਆ ਜਾਂਦਾ ਹੈ। ਚਲੋ ਐਕਸਪਲੇਨੇਸ਼ਨ, ਐਜ਼ ਦਾ ਐਂਗਲ ਇਨਕਰੀਜ਼ ਦਾ ਐਂਗਲ ਆਫ ਰਿਫਰੈਕਸ਼ਨ ਆਲਸੋ ਇਨਕਰੀਜ਼। ਜਿਵੇਂ ਐਂਗਲ ਇੰਸੀਡੈਂਸ ਆਪਾਂ ਵਧਾਈ ਜਾਵਾਂਗੇ ਰਿਫਰੈਕਸ਼ਨ ਐਂਗਲ ਵਧੀ ਜਾਊਗਾ। ਐਟ ਅ ਕ੍ਰਿਟੀਕਲ ਐਂਗਲ ਰਿਫਰੈਕਟਿਵ ਰੇ ਅਲੋਂਗ ਦਾ ਬਾਉਂਡਰੀ ਬਿਟਵੀਨ ਟੂ ਮੀਡੀਆ ਬਿयॉन्ड द क्रिटिकल एंगल, यानी क्रिटिकल एंगल तो भी अगर इंसिडेंट एंगल बता दिए द लाइट इज कंप्लीटली रिफ्रैक्टेड बैक इन द डेंसर मीडियम, दोबारा की हुई है सेम मीडियम से वापस आ जाती है। उस तो बाद जी मोस्ट इंपॉर्टेंट एप्लीकेशन के उत्ते क्वेश्चन बन ही जाता होंगे। तो एप्लीकेशन कितनी होंगी ने ऑप्टिकल फाइबर प्रिज्म ते मिराज के अंदर यूज होंगे ने। लाइट इज गाइडेड थ्रू द फाइबर बाय रिपीटेड टोटल इंटरनल रिफ्लैक्शन। प्रिज्म used in binoculars camera to reflect the light. The mirage light is reflected by the layers of air with different temperature, ठीक है जी। ਨੈਕਸਟ ਬੱਚੇ ਜਿਹੜਾ ਸਾਡੇ ਕੋਲ ਕੁਐਸਚਨ ਆ ਜਾਂਦਾ ਇਹ ਆ ਜਾਂਦਾ ਲੈਂਸ ਮੇਕਰ ਫਾਰਮੂਲਾ। ਇਹਦੀ ਡੈਰੀਵੇਸ਼ਨ ਤੁਸੀਂ ਜ਼ਰੂਰ ਕਰ ਲਈ ਹੋਏਗੀ, ਹੈ ਨਾ। ਇਹ ਡਰਾਈਵ ਇਹਨੂੰ ਕਰ ਲੈਣਾ ਲੈਂਸ ਮੇਕਰ ਫਾਰਮੂਲਾ। ਇਸ ਤਰੀਕੇ ਨਾਲ ਤੁਸੀਂ ਡਾਇਗਰਾਮ ਬਣਾਇਆ ਹੋਏਗਾ, ਠੀਕ ਹੈ। ਪੁਆਇੰਟ ਲਿਆ ਹੋਏਗਾ ਜਿੱਥੇ ਰਿਫਲੈਕਟ ਹੋ ਕੇ ਚਲੀ ਜਾਂਦੀ ਹੈ, ਤਾਂ ਡਾਇਗਰਾਮ ਬਣਾ ਕੇ ਇਹਨੂੰ ਜ਼ਰੂਰ ਕਰ ਲੈਣਾ। ਤੇ ਜਿਹੜਾ ਇਹਦਾ ਫਾਈਨਲ ਰਿਜ਼ਲਟ ਹੁੰਦਾ ਕੀ ਹੁੰਦਾ 1/f ਇਜ਼ ਇਕੁਅਲ ਟੂ ਮਿਊ ਮਾਈਨਸ 1/r1 ਮਾਈਨਸ 1/r2, ਠੀਕ ਹੈ ਜੀ। ਉਸ ਤੋਂ ਬਾਅਦ ਫੋਕਲ ਲੈਂਥ ਹੋ ਗਈ, ਐਫ ਕੀ ਹੋ ਗਈ ਸਾਡੇ ਕੋਲ ਫੋਕਲ ਲੈਂਥ ਹੋ ਗਈ। μ2 ਕੀ ਹੋ ਗਿਆ ਰਿਫਰੈਕਟਿਵ ਇੰਡੈਕਸ ਆਫ ਲੈਂਸ ਦਾ ਮਟੀਰੀਅਲ ਹੋ ਗਿਆ, ਠੀਕ ਹੈ ਜੀ। ਇੱਥੇ μ21 ਲਿਖਿਆ ਹੋਇਆ ਮੈਂ ਸਿੰਪਲ ਮਿਊ ਨਾਲ ਰਿਪਰੈਜ਼ੈਂਟ ਕਰ ਰਿਹਾ, ਤਾਂ ਸਰਾਊਂਡਿੰਗ ਦਾ ਹੋ ਗਿਆ। ਉਸ ਤੋਂ ਬਾਅਦ r1 ਕੀ ਰੇਡੀਅਸ ਆਫ ਕਰਵੇਚਰ ਆਫ ਫਰਸਟ ਸਰਫੇਸ, r2 ਕੀ ਹੋ ਗਿਆ ਰੇਡੀਅਸ ਆਫ ਕਰਵੇਚਰ ਆਫ ਸੈਕੰਡ ਸਰਫੇਸ। ਇਸ ਤਰੀਕੇ ਨਾਲ ਤੁਸੀਂ ਇਹਨੂੰ ਮੈਂਸ਼ਨ ਕਰਕੇ ਆਣਾ ਹੈ। ਸਾਈਨ ਕਨਵੈਂਸ਼ਨ, ठीक है। साइन कन्वेंशन ਤੁਹਾਨੂੰ पता ही है, इट इज़ वाइटल टू यूज कंसिस्टेंट साइन कन्वेंशन। रेडियई ऑफ कर्वेचर ऑफ्टन कंसीडर्ड पॉजिटिव फॉर कन्वैक्स एंड नेगेटिव फॉर कनकेव सर्फेसिस। तो एप्लीकेशन की है बच्चे यूज इन मैन्युफैक्चर ऑफ लेंस ऑफ आई ग्लास कैमरा माइक्रोस्कोप टेलीस्कोप एंड अदर ऑप्टिकल इंस्ट्रूमेंट्स। नैक्सट आ जाता साडे कोल क्वेश्चन नंबर 7th, ठीक है जी। जो 7th नंबर इंपॉर्टेंट क्वेश्चन है साडे कोल की है रिफ्रैक्शन ऑफ कन्वैक्स एंड कनकेव रिफ्रैक्टिंग सरफेस। ये करना है रिफ्रैक्शन ऑफ सरफेरिकल सरफेस, जिसका फाइनल आंसर बच्चे तुसीं पढ़िया होगा μ2/v माइनस μ1/u इज इक्वल टू μ2 माइनस μ1 टाइम्स अपॉन r, ठीक है जी। ये वाला रिलेशन साडा सीगा। उस तो बाद कन्वैक्स लिए भी बच्चे अपना क्लीयर कर लेना, ठीक है। ये थोड़े की पॉइंट्स आ गए, इनू पढ़ लियो। क्वेश्चन नंबर 8th कंपाउंड माइक्रोस्कोप एंड इट्स मैग्नीफिकेशन, वेरी इंपॉर्टेंट क्वेश्चन है बच्चे। कंपाउंड माइक्रोस्कोप एंड एप्लीकेशन इनू जरूर कर लेना। एन इंस्ट्रूमेंट an optical instrument that use two lenses objective and eyepiece to produce highly magnified image, ठीक है जी। कंपाउंड की डेफिनेशन होगी। बच्चे मैग्नीफिकेशन आप फाइंड करनी है। टोटल मैग्नीफिकेशन इज द प्रोडक्ट ऑफ मैग्नीफिकेशन ऑफ ऑब्जेक्टिव एंड आई पीस, है ना। जो ऑब्जेक्टिव तो आई पीस का जो लेंस होंगे उन्होंने दोनों की मैग्नीफिकेशन का प्रोडक्ट होंगे, यानी आ थोड़ा फाइनल आंसर होगा, ठीक है। उस तो बाद एम साढ़े को हो जाएगा v0/u इंटू d/f। तो v की हो गया इमेज डिस्टेंस ऑफ ऑब्जेक्टिव लेंस, u की हो गया ऑब्जेक्ट डिस्टेंस ऑफ ऑब्जेक्टिव लेंस, डी हो गया लीस्ट डिस्टेंस ऑफ डिस्टिंग्विशर टिपिकल की आप कितना लेंथ होता है 25, एफ की होगी साढ़े को फोकल लेंथ होगी। हाउ इट वर्क किमें काम करता है तुसीं देख लियो, ठीक है जी। द ऑब्जेक्टिव लेंस फॉर्म अ रियल एंड इन्वर्टेड इमेज मैग्नीफाइड इमेज बनाता है। आई लेंस एक्ट एज सिंपल माइक्रोस्कोप फर्दर मैग्नीफाई इंटरमीडिएट इमेज एंड प्रोड्यूस फाइनली हाई मैग्नीफाइड इमेज। तो उस तो बाद जो तुसीं करना सीगा वो सीगा कंपाउंड जिहड़ा गया है टेलीस्कोप एस्ट्रोनॉमिकल टेलीस्कोप एंड इट्स मैग्नीफिकेशन, ठीक है। एस्ट्रोनॉमिकल टेलीस्कोप तो मैग्नीफिकेशन पहला डेफिनेशन एन ऑप्टिकल इंस्ट्रूमेंट यूज टू व्यू द डिस्टिंक्ट ऑब्जेक्ट, ठीक है जी। मैग्नीफिकेशन का फॉर्मूला बच्चे एम की होंगे FO/FE, ठीक है जी। तो फोकल लेंथ ऑफ ऑब्जेक्टिव लेंस टू फोकल लेंथ ऑफ आई पीस हो गया। हाउ इट वर्क, ठीक है। ये वर्किंग आ जाएगी, इन्हें तुसीं लिख लो। The objective lens form a real and inverted diminished image of distinct object. Eye lens and magnify the image to produce the final virtual image, ठीक है। एस्ट्रोनॉमिकल दी फिर की फीचर्स आ जाते हैं। 10वां नंबर क्वेश्चन के आता है पी टाइप ते एन टाइप सैमीकंडक्टर के जो थोड़ा डिफरेंस होंगे पी टाइप एन टाइप ते पी टाइप। एन टाइप नूं आपां बच्चे की बोलते हैं पेंटावैलेंट बोलते हैं। पी टाइप नूं तुसीं पढ़िया होएगा आपां की बोलते हैं ट्राईवैलेंट इंप्योरिटी। सैमीकंडक्टर मटीरियल विद कंडक्टिविटी बिटवीन द कंडक्टर एंड इंसुलेटर आर कॉल्ड सैमीकंडक्टर। एन टाइप सैमीकंडक्टर की होंदी है क्रिएटेड बाय डोपिंग करनी पैंती है बाय इंट्रेंसिंग सैमीकंडक्टर विद पेंटावैलेंट इंप्योरिटी
ਪੈਂਟਾਵਲੇਟ ਦੇ ਵਿੱਚ ਕਿਹੜੀ ਆਉਂਦੀ ਹੈ ਬੱਚੇ, ਫਾਸਫੋਰਸ ਤੇ ਆਰਸੇਨਿਕ। ਹੈਵ ਐਕਸੈਸ ਫਰੀ ਇਲੈਕਟ੍ਰੋਨ ਹੈ ਮੈਜੋਰਟੀ ਚਾਰਜ ਕੈਰੀਅਰ, ਇਲੈਕਟ੍ਰੋਨ ਆਰ ਪ੍ਰਾਇਮਰੀ ਚਾਰਜ ਕੈਰੀਅਰ, ਠੀਕ ਹੈ ਜੀ। ਇਹਦੇ ਵਿੱਚ ਯਾਨੀ ਕਿ ਜਿਹੜੇ ਨੰਬਰ ਆਫ ਹੋਲਸ ਹੁੰਦੇ ਨੇ, ਨੰਬਰ ਆਫ ਹੋਲਸ ਕੀ ਹੁੰਦੇ ਨੇ, ਗ੍ਰੇਟਰ ਹੁੰਦੇ ਨੇ ਨੰਬਰ ਆਫ ਨੰਬਰ ਆਫ ਇਲੈਕਟ੍ਰੋਨ ਗ੍ਰੇਟਰ ਹੁੰਦੇ ਨੇ ਨੰਬਰ ਆਫ ਹੋਲਸ ਤੋਂ, ਠੀਕ ਹੈ ਜੀ। ਪੀ ਟਾਈਪ ਸੈਮੀਕੰਡਕਟਰ ਦੇ ਅੰਦਰ ਨੰਬਰ ਆਫ ਹੋਲਸ ਗ੍ਰੇਟਰ ਹੁੰਦੇ ਨੇ ਕਿਤੇ ਨੰਬਰ ਆਫ ਇਲੈਕਟ੍ਰੋਨਸ ਤੋਂ, ਠੀਕ ਹੈ। ਇਸ ਦਾ ਮਤਲਬ ਹੋਰ ਹੋਊਗਾ, ਈ ਦਾ ਮਤਲਬ ਇੱਥੇ ਇਲੈਕਟ੍ਰੋਨ ਸਮਝ ਲਿਓ। ਤੇ ਉਸ ਤੋਂ ਬਾਅਦ ਕ੍ਰੀਏਟ ਕਿਵੇਂ ਹੁੰਦੇ ਨੇ, ਇੰਟ੍ਰਿੰਸਿਕ ਸੈਮੀਕੰਡਕਟਰ ਸਾਨੂੰ ਪਾਉਣਾ ਪੈਂਦਾ ਹੈ। ਕਿਹੜਾ ਹੋ ਗਿਆ, ਜਿਵੇਂ ਬੋਰੋਨ ਤੇ ਗਲੇਨੀਅਮ ਹੋ ਗਿਆ। ਤੇ ਐਬਸੈਂਸ ਆਫ ਇਲੈਕਟ੍ਰੋਨ ਵਿੱਚ ਬਿਹੇਵ ਐਜ਼ ਪੋਜ਼ੀਟਿਵ ਚਾਰਜ ਕੈਰੀਅਰ, ਮੈਜੋਰਟੀ ਕੈਰੀਅਰ। ਤਾਂ ਪੋਜ਼ੀਟਿਵ ਚਾਰਜ ਕੀ ਹੁੰਦੇ, ਮੈਜੋਰਟੀ ਚਾਰਜ ਕੈਰੀਅਰ ਹੁੰਦੇ ਨੇ। ਹੋਲਸ ਆਰ ਪ੍ਰਾਇਮਰੀ ਦਾ ਚਾਰਜ ਕੈਰੀਅਰ। ਕੀ ਡਿਫਰੈਂਸ, ਦੋਨਾਂ ਦੇ ਅੰਦਰ ਡਿਫਰੈਂਸ ਵੀ ਤੁਸੀਂ ਕਲੀਅਰ ਕਰ ਸਕਦੇ ਹੋ। ਤਾਂ ਡੋਪੈਂਟ ਇੰਪਿਓਰਿਟੀ ਐਚ ਪੈਂਟਾਵੈਲੈਂਟ ਹੁੰਦੀ ਹੈ, ਪੀ ਟਾਈਪ 'ਚ ਟਰਾਈਵੈਲੈਂਟ ਹੁੰਦੀ ਹੈ, ਮੈਜੋਰਟੀ ਕੈਰੀਅਰ 'ਚ ਇਲੈਕਟ੍ਰੋਨ ਹੁੰਦੇ ਆ ਤੇ ਉਹਦੇ ਵਿੱਚ ਕਿਹੜੇ ਹੁੰਦੇ ਨੇ, ਹੋਲਸ ਹੁੰਦੇ ਨੇ। ਦੀਸ ਡੋਪ ਸੈਮੀਕੰਡਕਟਰ ਆਰ ਬਿਲਡ ਬਲੌਕ ਮੋਸਟ ਆਫ ਦਾ ਮਾਡਰਨ ਇਲੈਕਟ੍ਰੋਨਿਕਸ। ਤੋਂ ਬਾਅਦ 11ਵੇਂ ਨੰਬਰ ਦਾ ਤੁਹਾਡੇ ਕੋਲ ਜਿਹੜਾ ਕੁਐਸਚਨ ਬਣ ਰਿਹਾ ਹੈ ਉਹ ਬਣ ਰਿਹਾ ਹੈ ਰੈਕਟੀਫਾਇਰ ਐਂਡ ਫੁੱਲ ਵੇਵ ਰੈਕਟੀਫਾਇਰ ਦੇ ਅੰਦਰ। ਰੈਕਟੀਫਾਇਰ ਦੱਸਣਾ ਤੇ ਫੁੱਲ ਵੇਵ ਨੂੰ ਰੈਕਟੀਫਾਈ ਕਰਨ ਦੇ ਵਿੱਚ ਤੁਹਾਨੂੰ ਕੁਐਸਚਨ ਦੇਖਣ ਨੂੰ ਅੱਜ ਦੇ ਪੇਪਰ 'ਚ ਮਿਲ ਸਕਦਾ ਹੈ। ਰੈਕਟੀਫਾਇਰ ਇਜ਼ ਇਲੈਕਟ੍ਰੀਕਲ ਡਿਵਾइस ਕਨਵਰਟ ਅਲਟਰਨੇਟਿੰਗ ਕਰੰਟ AC into direct DC, AC current change direction periodically while DC current flow in only one direction। ਉਸ ਤੋਂ ਬਾਅਦ ਰੈਕਟੀਫਾਇਰ ਯੂਜ਼ ਡਾਇਓਡ, ਰੈਕਟੀਫਾਇਰ 'ਚ ਡਾਇਓਡ ਹੁੰਦੇ ਆ ਵਿੱਚ ਅਲਾਉ ਕਰੰਟ ਟੂ ਫਲੋ ਓਨਲੀ ਇਨ ਵਨ ਡਾਇਰੈਕਸ਼ਨ। ਫੁੱਲ ਵੇਵ ਰੈਕਟੀਫਾਇਰ ਦੀ ਡੈਫੀਨੇਸ਼ਨ ਆ ਜਾਏਗੀ, ਠੀਕ ਹੈ। ਤੇ ਇਹਨੂੰ ਬੱਚੇ ਕਰ ਲੈਣਾ, ਠੀਕ ਹੈ। ਫੁੱਲ ਵੇਵ ਰੈਕਟੀਫਾਇਰ ਦਾ ਡਾਇਗਰਾਮ ਤੁਸੀਂ ਦੇਖਿਆ ਹੋਇਆ ਨਾ, ਕਿ ਦੋਨੋਂ ਵੇਵ ਦੇ ਵਿੱਚ ਉਹ ਰੈਕਟੀਫਾਇਰ ਲੱਗੇ ਹੁੰਦੇ ਨੇ ਤੇ ਹਰ ਵਾਰ ਕੀ ਇੱਕ ਪਾਸੇ ਫਾਰਵਰਡ ਬਾਇਸ ਹੁੰਦਾ, ਫਿਰ ਦੂਜੇ ਪਾਸੇ ਰਿਵਰਸ ਬਾਇਸ ਹੋ ਜਾਂਦਾ। ਤੇ ਜਦੋਂ ਫਿਰ ਕਰੰਟ ਦੀ ਪੋਲੈਰਿਟੀ ਬਦਲਦੀ ਹੈ AC ਦੇ ਵਿੱਚ ਤਾਂ ਇੱਕ ਫਾਰਵਰਡ ਤੇ ਦੂਸਰਾ ਰਿਵਰਸ ਹੋ ਜਾਂਦਾ। ਆਰ ਫੁੱਲ ਵੇਵ ਰੈਕਟੀਫਾਇਰ ਕਨਵਰਟ ਦਾ ਇੰਟਾਇਰ AC ਵੇਵ ਫॉर्म बोथ पॉजिटिव एंड नेगेटिव इनटू DC, ठीक है जी। दिस इज मोर एफिशिएंट देन हाफ वेव रेक्टिफायर विच यूज ओनली हाफ AC। कॉमनली यूज एज अ ब्रिज रेक्टिफायर कन्फिगरेशन with 4 diodes or center tapped transfer with 2 diodes, the output DC much smoother than half wave rectifier। यानी ਇਹਦੀ efficiency ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ। ਨੈਕਸਟ ਬੱਚੇ ਜਿਹੜਾ ਕੁਐਸਚਨ ਤੁਹਾਡੇ ਕੋਲ ਆ ਜਾਂਦਾ ਉਹ ਆ ਜਾਂਦਾ ਸਾਡੇ ਕੋਲ ਲਾ ਆਫ ਫੋਟੋ ਇਲੈਕਟ੍ਰਿਕ ਇਫੈਕਟ। ਤਾਂ ਫੋਟੋ ਇਲੈਕਟ੍ਰਿਕ ਇਫੈਕਟ ਕੀ ਹੁੰਦਾ ਬੱਚੇ ਸਾਡੇ ਕੋਲ, the photoelectric effect is emission of electron from the metal surface when light shines on it। यानी जो एक सुटेबल फ्रीक्वेंसी की लाइट किसी मैटल सरफेस से पाई जाती है वो इजैक्ट हो जाती है तो उन्होंने आप की बोलते हैं वर्क फंक्शन भी बोलते हैं जिसकी मिनिमम जी फ्रीक्वेंसी सानू लोड होती है। लॉ इंस्टेंटेनियस emission, the electron are emitted immediately when the light suitable frequency strike on the metal with no time lag, ठीक है जी। उस तो बाद फ्रीक्वेंसी डिपेंडेंसी फॉर अ गिवन मैटल देयर एग्जिस्ट अ मिनिमम फ्रीक्वेंसी थ्रेशोल्ड फ्रीक्वेंसी बोलते हैं जी कि ਤੁਹਾਨੂੰ ਦੇਣੀ ਪਊਗੀ ਇਲੈਕਟ੍ਰੋਨ ਨੂੰ ਰਿਜੈਕਟ ਕਰਨ ਲਈ। ਬਿਲੋ ਵਿੱਚ no photon is electric and no matter how intense the light, यानी इंटेंसिटी का कोई फर्क नहीं पैंदा। अगर उस फ्रीक्वेंसी की लाइट नहीं होएगी तो इलैक्ट्रॉन एमिट नहीं होएगा। द काइनेटिक एनर्जी एमिटेड फोटो इलैक्ट्रॉन इंक्रीज लीनियरली विद इंक्रीज विद फ्रीक्वेंसी ऑफ इंसिडेंट, ठीक है जी। उस तो बाद इंटेंसिटी डिपेंडेंस, द नंबर ऑफ फोटोन इमिटेड पर सेकंड इज डायरेक्टली प्रोपोर्शनल टू इंटेंसिटी प्रोवाइडेड द फ्रीक्वेंसी इन द अबव थ्रेशोल्ड फ्रीक्वेंसी। अगर थ्रेशोल्ड तो बर्फ होएगी तो जिनी ज़्यादा इंटेंसिटी देंदी जाओगे उन्नी ज़्यादा पर सैकेंड इलैक्ट्रॉन भी की होंगे रहणगे, ज़्यादा होंगे रहणगे, एमिट होंगे रहणगे। उस तो बाद काइनेटिक एनर्जी इंडिपेंडेंस, मैक्सिमम काइनेटिक एनर्जी ऑफ इमिटेड फोटो इलैक्ट्रॉन इज इंडिपेंडेंट ऑफ इंटेंसिटी ऑफ इंसिडेंट रे, यानी जी काइनेटिक एनर्जी होंगी है इंटेंसिटी पर डिपेंड नहीं करती है। उस तो बाद जो बच्चे अगला क्वेश्चन थोड़ा देखने को मिलेगा वो हो जाएगा फैराडे लॉ ऑफ इलैक्ट्रोमैग्नेटिक इंडक्शन। ये देखो फैराडे लॉ डिस्क्राइब हाउ चेंज इन मैग्नेटिक फील्ड इंड्यूस EMF इन अ कनेक्टर। द फर्स्ट लॉ आ जाएगा व्हेन एवर देयर इज चेंज इन मैग्नेटिक फ्लक्स लिंक्ड विद द सर्किट EMF इंड्यूस इन द सर्किट। जो सेकंड हो जाएगा सेकंड लॉ ऑफ फैराडे, वेरी इंपॉर्टेंट है, मैग्नेटिक magnitude of induced EMF is directly proportional to the rate of change of magnetic flux linked with the circuit। मैथमेटिकली जी EMF हो जाएगी इलैक्ट्रिक मैग्नेटिक फोर्स हो जाएगी कि हो जाता माइनस डी फाई अपॉन डी टी। फाई की होता मैग्नेटिक फ्लक्स एंड टाइम। तो नैगेटिव साइन इंडिकेट द डायरेक्शन ऑफ इंड्यूस EMF एज डिस्क्राइब बाय लेंज लॉ, है ना। यानी नैगेटिव साइन की करता है अपने मतलब ਜਿਹੜਾ ਇਹਨੂੰ कॉज कर रहा है ना, ਜਿਹਦੇ ਕਰਕੇ EMF ਪ੍ਰੋਡਿਊਸ ਹੋ ਰਹੀ ਹੈ ਉਹਨੂੰ ਕੀ ਕਰਦਾ ਹੈ, ਅਪੋਜ਼ ਕਰਦਾ ਹੈ। ਲੈਂਸ ਲਾ ਨੇ ਇਸ ਚੀਜ਼ ਨੂੰ ਕੀ ਕੀਤਾ ਸੀਗਾ, ਐਕਸਪਲੇਨ ਕਰਿਆ ਸੀਗਾ, ਠੀਕ ਹੈ। ਉਸ ਤੋਂ ਬਾਅਦ LCR ਸਰਕਟ ਆ ਗਿਆ। LCR ਸਰਕਟ ਬੱਚੇ ਤੁਸੀਂ ਸੀਰੀਜ਼ ਦੇ ਵਿੱਚ ਹੀ ਕਰਿਆ ਹੋਊਗਾ, ਪੈਰਲਲ ਚ ਨਹੀਂ ਕਰਿਆ ਹੋਊਗਾ। ਤਾਂ LCR ਸਰਕਟ ਇਨ ਅ ਸੀਰੀਜ਼ ਕੰਬੀਨੇਸ਼ਨ ਆਫ ਇੰਡਕਟਰ ਕੈਪੈਸਿਟਰ ਐਂਡ ਰੈਜ਼ਿਸਟਰ ਕਨੈਕਟਡ ਥਰੂ AC। ਕੀ ਐਸਪੈਕਟ ਬੱਚੇ ਇਹਦੇ ਵਿੱਚ LCR ਸਰਕਟ ਬੱਚੇ ਤੁਸੀਂ ਉਹ ਕਰ ਲਿਓ, ਉਹਦੇ ਵਿੱਚ ਆਪਾਂ ਇੰਪੀਡੈਂਸ ਫਾਈਂਡ ਕਰਦੇ ਹੁੰਦੇ ਨਾ, ठीक है। जड़ की होंगी इंपीडेंस अंडर रूट XL माइनस XC का होल स्केयर तो R का स्केयर, ठीक है। ये साढ़े कोल की इंपीडेंस आ जाती सी। इंपीडेंस की होंगी टोटल अपोजिशन करंट फ्लो इन AC सर्किट इट कंबाइंड रेजिस्टेंस एंड रिएक्टेंस अपोजिशन ऑफ LC। तो रेजोनेंस के बच्चे की होंगे एट रेजोनेंस स्पैसिफिक फ्रीक्वेंसी द इंडक्टिव रेजिस्टेंस एंड कैपेसिटिव रेजिस्टेंस कैंसल ईच अदर, यानी XL तो XC दोनों इक्वल होंगे, दोनों एक दूसरे को कैंसल आउट कर लेंगे ने, तो टोटल रेजिस्टेंस R के बराबर ही होंगी है। एट रेजोनेंस इंपीडेंस इज मिनिमम एंड इक्वल टू R, ठीक है। उस तो बाद फेस डिफरेंस आ जाता है। तो लास्ट वाला क्वेश्चन बच्चे जो थोड़ा आने वाला अज के पेपर के अंदर वो है थोड़ा विचों
करंट कैरिंग कॉयल प्लेस्ड इन मैग्नेटिक फील्ड। when a current carry coil placed in magnetic field torque is produced ਤਾਂ ਉਹਦੇ ਕਿਤੇ ਕੀ ਲੱਗੇਗੀ ਟਾਰਕ ਲੱਗੇਗੀ। the coil experiences a torque and tend to rotate ਠੀਕ ਹੈ ਜੀ। the magnitude of torque depend upon the strength of magnetic field, the current in the coil and the number of turns in the coil, area of the coil, angle between the coil and the normal the magnetic field। यानी किस चीज़ ਤੇ ਡਿਪੈਂਡ ਕਰਦੀਆਂ ਨੇ। ਤਾਂ ਟਾਰਕ ਦਾ ਫਾਰਮੂਲਾ ਬੱਚੇ ਵੈਰੀ ਇੰਪੋਰਟੈਂਟ ਹੈ, ਇਸ ਚੀਜ਼ ਨੂੰ ਜ਼ਰੂਰ ਤੁਸੀਂ ਆਪਣਾ ਕਲੀਅਰ ਕਰ ਲਿਓ। ਟਾਰਕ ਕੀ ਹੁੰਦੀ ਹੈ ਸਾਡੇ ਕੋਲ NIAB sin ਥੀਟਾ। ਇਹਦੀ ਪੂਰੀ ਡੈਰੀਵੇਸ਼ਨ ਤੁਸੀਂ ਇੱਕ ਵਾਰ ਜ਼ਰੂਰ ਆਪਣੀ ਕਾਪੀ ਦੇ ਵਿੱਚੋਂ ਨੋਟ ਕਰਕੇ ਹੀ ਜਾਣੀ ਹੈ ਠੀਕ ਹੈ। ਉਸ ਤੋਂ ਬਾਅਦ ਫੋਰਸ ਆ ਗਈ ਐਪਲੀਕੇਸ਼ਨ ਇਲੈਕਟ੍ਰਿਕ ਮੋਟਰ ਦੇ ਅੰਦਰ, ਗੈਲਵੈਨੋਮੀਟਰ ਦੇ ਅੰਦਰ ਤੇ ਇਲੈਕਟ੍ਰਿਕ ਮੈਕੈਨੀਕਲ ਡਿਵਾਈਸਿਸ ਦੇ ਅੰਦਰ ਇਸ ਚੀਜ਼ ਆਪਾਂ ਕੀ ਕਰਦੇ ਹਾਂ, ਯੂਜ਼ ਕਰਦੇ ਹਾਂ। ਤੇ ਅੱਜ ਦਾ ਸੈਸ਼ਨ ਇੱਥੇ ਕੰਪਲੀਟ ਹੁੰਦਾ ਹੈ ਤੇ ਨੈਕਸਟ ਵੀਡੀਓ ਤੁਹਾਨੂੰ ਕੈਮਿਸਟਰੀ ਦੇ ਕੁਝ ਇੰਪੋਰਟੈਂਟ ਅਪਡੇਟਸ ਦੇ ਨਾਲ ਆਪਾਂ ਮਿਲਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ, ਆਪਣੇ ਯਾਰਾਂ ਮਿੱਤਰਾਂ ਨੂੰ ਕਰ ਦਿਓ ਵੀਡੀਓ ਨੂੰ ਸ਼ੇਅਰ। ਵੀਡੀਓ ਵਧੀਆ ਲੱਗਦੀ ਹੋਈ ਤਾਂ ਵੀਡੀਓ ਨੂੰ ਕਰ ਦਿਓ ਲਾਈਕ। ਮਿਲਦੇ ਆ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।